ਉਹਨਾਂ ਦੇ ਪੂਰੇ ਤਸੱਲੀ ਬਖਸ਼ ਉਹਨਾਂ ਨੂੰ ਜਵਾਬ ਦਿੱਤੇ ਔਰ ਉਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਕਿ ਇਹ ਜਿਹੜੀ FIR ਹੋਈ ਹੈ ਇਹ ਸਾਰੀ ਤੁਸੀਂ ਜਾਣਦੇ ਹੋ ਕਿ ਸਿਧਾਰਥ ਚਟੋਪਾਧਿਆਏ ਨੇ ਇਹਦੇ ਆਰਡਰ ਕੀਤੇ ਸੀ। ਉਹ 20 ਦਿਨਾਂ ਦੇ ਇਕੱਲੇ DGP ਰਹੇ ਔਰ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਜਿਹਦੇ 'ਚ ਉਹਨਾਂ ਨੇ ਆਪ ਕਿਹਾ ਕਿ ਹਾਂ ਚਟੋਪਾਧਿਆਏ ਨੂੰ ਮੈਂ ਲਵਾਇਆ, AG ਨੂੰ ਮੈਂ ਬਦਲਾਇਆ। ਮੈਂ ਇਹ ਵੀ SIT ਨੂੰ ਰਿਕੁਐਸਟ ਕੀਤੀ ਕਿ ਜਿੱਥੇ PPCC ਕਾਂਗਰਸ ਦੇ ਪ੍ਰਧਾਨ ਦੇ ਬਿਆਨ ਜਾਂ ਸੁੱਖੀ ਰੰਧਾਵੇ ਦੇ ਬਿਆਨ ਹੋਮ ਮਿਨਿਸਟਰ ਦੇ ਮੇਰੇ ਖਿਲਾਫ ਕੀ ਉਹ ਮੇਰੇ ਪ੍ਰਤੀ ਨਫ਼ਰਤ ਰੱਖਦੇ ਆ ਜਾਂ ਚੰਨੀ ਸਾਹਿਬ ਦੇ, ਇਹ ਜ਼ਰੂਰ ਸਾਰੀ ਗੱਲ ਨੂੰ ਵੀ SIT ਵਿਚਾਰੇ ਕਿ FIR ਜਿਹੜੀ ਦਰਜ ਹੋਈ ਹੈ ਉਹਦੇ ਸਾਰੇ ਕੇਸਾਂ ਦੇ ਟਰਾਇਲ ਕੋਰਟ ਨੇ ਕਰਤੇ ਆ। 19 ਚ ਫੈਸਲੇ ਆ ਗਏ, ਜਿਹੜੇ ਬਰੀ ਹੋਣੇ ਸੀ ਉਹਨਾਂ ਨੂੰ ਬਰੀ ਕਰਤਾ, ਜਿਨ੍ਹਾਂ ਨੂੰ ਸਜ਼ਾ ਹੋਣੀ ਸੀ ਸਜ਼ਾ ਹੋ ਗਈ। ਸੋ ਹਾਈ ਕੋਰਟ ਲੋਅਰ ਕੋਰਟ ਦੇ ਫੈਸਲਿਆਂ ਤੋਂ ਬਾਅਦ ਇਹ ਪਰਚਾ ਦਰਜ ਹੋਣਾ ਕੀ ਇਹ ਸਿਆਸੀਕਰਨ ਤਾਂ ਨਹੀਂ। ਦੂਜੀ ਗੱਲ, ਮੈਂ ਨਾਲ ਹੀ ਉਹਨਾਂ ਨੂੰ ਕਿਹਾ ਕਿ ਆਨਰੇਬਲ ਹਾਈ ਕੋਰਟ ਡਬਲ ਬੈਂਚ ਜਸਟਿਸ ਸੂਰਿਆਕਾਂਤ ਜੀ ਉਹਨੂੰ ਹੈਡ ਕਰਦੇ ਸੀ। ਇਹ ਸਾਰੀ ਐਲੀਗੇਸ਼ਨ ਕਿਉਂਕਿ ਜਿਹੜੇ ਬਿਆਨ ਨੇ ਬਾਰ-ਬਾਰ ਇਹ 14 ਦੇ ਬਿਆਨ ਨੇ, ਅੱਜ 22 'ਚ ਆਪਾਂ ਇਹ ਸਾਰੇ ਬਿਆਨਾਂ ਨੂੰ ਲੈ ਕੇ ਲੋਕ ਹਾਈ ਕੋਰਟ ਗਏ। CWP 88 2014 ਦੀ 10 ਚਲਾਨ ਪੇਸ਼ ਹੋਏ। ਆਨਰੇਬਲ ਹਾਈ ਕੋਰਟ ਨੇ ਇੱਕ ਇੰਡੀਪੈਂਡੈਂਟ SIT ਬਣਾਈ। ਅੱਜ ਜਿਹੜੇ SIT ਦੇ ਅਫਸਰ ਮੈਨੂੰ ਪੁੱਛ ਰਹੇ ਸੀ ਉਹਨਾਂ ਦਾ ਰੈਂਕ ਹੈ DSP। ਉਹ SIT ਜਿਹੜੀ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਬਣਾਈ ਸੀ ਉਹ ਅੱਜ ADGP ਅਫਸਰ ਲੱਗੇ, ਉਸ ਵੇਲੇ IG ਸਨ। ਈਸ਼ਵਰ ਸਿੰਘ ਜੀ, ਵੀ ਨੀਰਜਾ ਜੀ, ਨਗੇਸ਼ਵਰ ਰਾਓ ਜੀ, ਉਹਨਾਂ ਨੇ 10 ਚਲਾਨ ਪੇਸ਼ ਕੀਤੇ ਅੰਡਰ ਹਾਈ ਕੋਰਟ ਸੁਪਰਵਿਜ਼ਨ। ਉਹਨਾਂ ਦੇ ਚਲਾਨ ਪੇਸ਼ ਹੋਏ, ਕੀ ਹੋਇਆ ਔਰ ਹਾਈ ਕੋਰਟ ਨੇ ਉਹਨਾਂ ਨੂੰ ਸਕੋਪ ਕੀ ਦਿੱਤਾ ਸੀ ਕਿ ਸਾਰੇ ਮੈਟਰ ਨੂੰ ਇਨਵੈਸਟੀਗੇਟ ਕਰੋ, ਰੀ-ਇਨਵੈਸਟੀਗੇਟ ਕਰੋ, ਫਰਦਰ ਇਨਵੈਸਟੀਗੇਟ ਕਰੋ। ਕਿਉਂਕਿ ਜਿਹੜੇ ਲੋਕ ਹਾਈ ਕੋਰਟ ਗਏ ਸੀ ਉਹ ਇਹ ਲੈ ਕੇ ਗਏ ਸੀ ਕਿ ਸਾਨੂੰ ਇਹਦੇ 'ਚ ਫਲਾਣੇ ਖਦਸ਼ਾ ਨੇ। ਇਹ ਬਿਆਨ ਵੀ ਉੱਥੇ ਰੱਖੇ ਗਏ ਕਿ ਸਾਡੀ ਸੁਣਵਾਈ ਨਹੀਂ ਸੱਚ ਹੋਈ। ਤਾਂ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਗਲਤ ਫਸਾਏ ਗਏ ਆ ਉਹ ਕੱਢ ਦਿਓ, ਜਿਹੜੇ ਨਹੀਂ ਫਸਾਏ ਗਏ, ਜਿਹੜੇ ਫਸਣੇ ਚਾਹੀਦੇ, ਜਿਨ੍ਹਾਂ ਦੇ ਖਿਲਾਫ ਪ੍ਰੂਫ ਹੈ ਉਹ ਵਿੱਚ ਲੈ ਲਓ। ਸੋ ਸਾਰੀ ਗੱਲ ਇਨਵੈਸਟੀਗੇਟ ਹੋਈ। ਉਹਨਾਂ ਚਲਾਨਾਂ 'ਚ ਵੀ ਕਿਤੇ ਨਹੀਂ ਆਇਆ, ਟਰਾਇਲ ਚੱਲਿਆ ਉਹਦੇ 'ਚ ਵੀ ਕਿਤੇ ਨਹੀਂ ਆਇਆ ਇਹ ਸਾਰਾ ਕੰਮ ਮੇਰੇ ਖਿਲਾਫ ਕੋਈ ਗੱਲ। ਉਸ ਤੋਂ ਬਾਅਦ ਇੱਕ STF ਬਣਦੀ ਆ ਹਰਪ੍ਰੀਤ ਸਿੱਧੂ ਦੀ। ਹੁਣ ਕਾਨੂੰਨ ਦਾ ਪਹਿਲਾ ਸਫਾ ਕੀ ਕਹਿੰਦਾ ਕਿ ਕੋਈ ਰਿਸ਼ਤੇਦਾਰ ਕਿਸੇ ਰਿਸ਼ਤੇਦਾਰ ਦੀ ਇਨਕੁਆਇਰੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਜੇ ਬਣਦੀ ਆ ਉਹਦੇ ਹੱਕ 'ਚ ਕਰ ਦੂ, ਜੇ ਨਹੀਂ ਬਣਦੀ ਤੇ ਉਲਟ ਕਰ ਦੂ, ਇਹੀ ਹੋਊ। ਮਗਰ ਉਹਨਾਂ ਨੇ ਕੀਤੀ ਕੀ? ਉਹਨਾਂ ਨੇ ਦੱਸਿਆ ਕਿ ਸਾਡੇ ਪਰਿਵਾਰਾਂ ਦਾ ਰੌਲਾ ਕੀ। ਅੱਜ ਮੈਂ ਦੱਸ ਕੇ ਆਇਆ ਸਾਰੀ ਗੱਲ, ਫੇਰ ਦੱਸ ਦੂੰ ਤੁਹਾਨੂੰ। ਉਸ ਤੋਂ ਬਾਅਦ ਕਿਉਂਕਿ ਇਸ SIT ਨੇ ਹਾਈ ਕੋਰਟ ਅੱਗੇ ਸੱਚ ਰੱਖਣਾ ਹੈ। ਪੰਜਾਬ ਸਰਕਾਰ ਨੇ ਜਿਹੜੀ ਉਹਦੀ ਰਿਪੋਰਟ ਹੈ ADGP ਦੀ ਉਹ ਸੁਪਰਸੀਡ ਹੋਈ। ਉਦੋਂ ਬਾਅਦ ਇੱਕ ਰਿਪੋਰਟ ਆਈ ਜਿਹੜੇ ਸੀਨੀਅਰ ਮੋਸਟ ਅਫਸਰ ਦੀ ਆਈ DGP ਦੀ ਔਰ ਉਸ ਵੇਲੇ ਦੇ ਹੋਮ ਸੈਕਟਰੀ ਸਾਹਿਬ ਦੀ। ਉਹ ਰਿਪੋਰਟ ਵੀ ਤੁਸੀਂ ਰਿਕਾਰਡ ਤੇ ਲਿਆਓ, ਕਿਉਂਕਿ ਜੇ ਸਾਰਾ ਕੁਝ ਰਿਕਾਰਡ ਤੇ ਆਊ ਤੇ ਫਿਰ ਸੱਚ ਆਪਣੇ ਆਪ ਸਾਹਮਣੇ ਆ ਜੂ। ਕਿਉਂਕਿ ਜੋ ਇਹ ਕੰਮ ਕਰ ਰਹੇ ਆ ਮਤਲਬ ਕਿ ਇਹਨਾਂ ਦੇ ਜਿਹੜੇ ਸੀਨੀਅਰ ਅਫਸਰ ਨੇ ਹਾਈ ਕੋਰਟ ਮੋਨੀਟਰਡ ਕੰਮ ਕੀਤਾ ਜਾਂ ਰਿਪੋਰਟਾਂ ਦਿੱਤੀਆਂ, ਕੀ ਉੱਤੇ ਭਰੋਸਾ ਨਹੀਂ। ਔਰ ਤੁਸੀਂ ED ਦੇ ਬਿਆਨਾਂ ਦੀ ਗੱਲ ਕਰਦੇ ਹੋ। ED ਆਪ ਇੱਕ ਇੰਡੀਪੈਂਡੈਂਟ ਅਦਾਰਾ, ਉਹਨਾਂ ਨੇ ਆਪ ਦੀ ਇਨਵੈਸਟੀਗੇਸ਼ਨ ਕੀਤੀ। ਔਰ ਜਿਹੜੇ ਬੰਦੇ ਦੇ ਇਹ IO ਦੀ ਗੱਲ ਕਰਦੇ ਉਹਦਾ ਚਾਰਜ ਸ਼ੀਟ ਹੋ ਗਿਆ ਫॉर ਕਰਪਸ਼ਨ। ਉਹ ਤੇ ਵੱਡੀ ਗੱਲ ਆ, ਉਹ ਵੀ ਵਿਚਾਰ ਅਧੀਨ ਲਿਆਓ। ਔਰ ਉਸ ਤੋਂ ਬਾਅਦ ED ਨੇ ਆਪ ਦੀ ਸਟੇਟਸ ਰਿਪੋਰਟ AG ਮਸੀਹ ਸਾਹਿਬ ਦੀ ਬੈਂਚ ਅੱਗੇ ਦਿੱਤੀ ਹੈ।
ਤੇ ਜੇ ਤੁਸੀਂ SIT ਸਿਆਸੀ ਕਰਨ ਤੋਂ ਉੱਤੇ ਉੱਠ ਕੇ ਸਹੀ ਪੱਖ ਰੱਖਣਾ ਚਾਹੁੰਦੀ ਹੈ, ਫਿਰ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਚੀਜ਼ਾਂ ਵਿਚਾਰ ਕੇ ਫਿਰ ਸਾਹਮਣੇ ਕੋਰਟ ਦੇ ਅੱਗੇ ਰੱਖਣ ਤੇ ਸੱਚ ਦੀ ਜਿੱਤ ਹੋਊਗੀ, ਸੱਚ ਸਾਹਮਣੇ ਆਊਗਾ। ਔਰ ਜਿਹੜਾ ਇਨਡਿਸਪਿਊਟੇਬਲ ਫੈਕਟਸ ਨੇ, ਲੋਅਰ ਕੋਰਟ ਦੇ ਫੈਸਲੇ, ਹਾਈ ਕੋਰਟ ਦੇ ਫੈਸਲੇ, ਇਨਕੁਆਇਰੀਆਂ, ਇਹ ਕਿਸੇ ਤੋਂ ਲੁਕੀ ਛੁਪੀਆਂ ਤਾਂ ਹੈ ਨਹੀਂ। ਇਸ ਲਈ ਇਹ ਲੰਮੀ ਚੌੜੀਆਂ ਫੁੱਲੀ ਕੋਆਪਰੇਸ਼ਨ ਦਾ ਮੈਂ ਵਿਸ਼ਵਾਸ ਦਿਵਾਇਆ ਔਰ ਮੈਂ ਇਹਨਾਂ ਨੂੰ ਕਿਤਾਬ ਦਾ ਨੰਬਰ ਵੀ ਦੇ ਦਿੱਤਾ, ਕਿਉਂਕਿ ਹਾਈ ਕੋਰਟ ਦੇ ਆਰਡਰ ਸਨ ਕਿ ਜੋ ਆਰਡਰ ਸੀ ਉਹਦੀ ਪੂਰੀ ਪਾਲਣਾ ਕੀਤੀ ਜਾਵੇ। ਠੀਕ ਹੈ ਜੀ, ਥੈਂਕ ਯੂ। ਕੁਝ ਹੋਰ ਡਾਇਰੈਕਸ਼ਨਸ ਦਿੱਤੀਆਂ ਗਈਆਂ, ਹੋਰ ਡਾਇਰੈਕਸ਼ਨਸ ਦਿੱਤੀਆਂ ਗਈਆਂ, ਦੁਬਾਰਾ ਨਹੀਂ ਬੁਲਾਇਆ ਜੀ। ਯਾਰ ਇਸ ਤਰ੍ਹਾਂ ਹੈ, ਇੱਕ ਮਿੰਟ ਆ ਜਾ ਯਾਰ, ਇੱਕ ਮਿੰਟ। ਸਿਆਸੀ ਤੌਰ ਤੇ ਤੁਸੀਂ ਹੋਰ ਜੋ ਵੀ ਮੈਂ ਕਿਹਾ ਸੱਚ ਸਾਹਮਣੇ ਆਵੇ। ਕਿਵੇਂ ਜਿਹੜਾ DGP ਤੁਸੀਂ ਸਮਝੋ ਕੇਪੇਬਲ, UPSC ਨੇ ਉਹਨੂੰ ਇਨਕੰਪੀਟੈਂਟ ਸਮਝਿਆ, ਉਹਨੂੰ ਇਸ ਲਾਇਕ ਨਹੀਂ ਸਮਝਿਆ ਕਿ ਉਹਦਾ 3 ਮੈਂਬਰੀ ਪੈਨਲਾਂ 'ਚ ਆਉਣਾ ਚਾਹੀਦਾ। ਉਹਨੂੰ DGP ਉਹਨਾਂ ਦਾ ਸ਼ਾਰਟ ਲਿਸਟਡ ਨੇਮ ਆਇਆ ਨਹੀਂ ਪੈਨਲ 'ਚ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰ ਸਕਦਾ ਜਿਹੜਾ ਬੰਦਾ। ਮੈਂ ਤਾਂ ਬੜੀ ਛੋਟੀ ਚੀਜ਼ ਆ, ਮਗਰ ਤੁਸੀਂ ਸੱਚਾਈ ਸਾਹਮਣੇ ਹੁਣ ਕੋਰਟ ਦੇ ਅੱਗੇ ਰੱਖਣੀ ਹੈ। ਇਸ ਲਈ ਸਾਰੀ ਜੋ ਕੁਝ ਮਦਦ ਦੀ ਲੋੜ ਹੈ, ਜੋ ਮੇਰੇ ਵੱਲੋਂ ਫੁੱਲ ਕੋਆਪਰੇਸ਼ਨ ਹੋਊਗੀ। ਔਰ ਇਹ ਸਿਆਸੀ ਸਾਜ਼ਿਸ਼ ਪਿੱਛੇ ਕੌਣ ਸੀ, ਕਿਵੇਂ ਮੀਟਿੰਗ ਚੰਨੀ ਸਾਹਿਬ ਦੇ ਘਰ 'ਚ ਹੁੰਦੀਆਂ ਸੀ, ਕਿਵੇਂ ਹੋਮ ਮਿਨਿਸਟਰ ਸੁਖੀ ਰੰਧਾਵਾ ਜੀਰਾ MLA ਉੱਥੇ ਹਾਜ਼ਰ ਰਹਿੰਦਾ ਸੀ, ਕਿਵੇਂ ਆਦੇਸ਼ ਦਿੱਤੇ ਜਾਂਦੇ ਸੀ। ਇੱਕ ਇਨਵੈਸਟੀਗੇਸ਼ਨ ਹੁੰਦੀ ਹੈ, ਪੁਲਿਸ ਫ੍ਰੀ ਐਂਡ ਫੇਅਰ ਕਰੇ। ਇੱਕ ਹੋਵੇ ਕਿ ਤੁਹਾਨੂੰ CM ਦੱਸੇ ਕਿ ਆ ਦੇਣਾ ਹੀ ਦੇਣਾ ਪਰਚਾ, ਕਿਉਂਕਿ ਐਲਾਨ ਤਾਂ ਪਹਿਲਾਂ ਹੋ ਰਹੇ ਸੀ, ਉਹ ਵੀ ਲਿਆਓ ਸਾਹਮਣੇ ਕਿ ਉਹ ਸਾਰੇ ਰਿਕਾਰਡ ਸੀਲ ਕਰੋ, ਇਹਨਾਂ ਦੇ ਮੋਬਾਈਲ ਰਿਕਾਰਡਸ ਔਰ ਸਾਰੇ CCTV ਰਿਕਾਰਡਿੰਗ, ਜਿੱਥੇ ਜਿੱਥੇ ਅੱਡ ਥਾਵਾਂ ਤੇ ਇਹ ਮੀਟਿੰਗਾਂ ਹੋਈਆਂ ਨੇ, ਇਹ ਵੀ ਲਿਆਓ ਸਾਹਮਣੇ। ਹਾਂਜੀ, ਉਹ ਭਰਾ ਤੁਹਾਨੂੰ ਪਹਿਲਾਂ ਪਤਾ ਲੱਗੂ, ਮੈਨੂੰ ਮਗਰੋਂ ਪਤਾ ਲੱਗੂ। ਹੋਰ ਦੱਸੋ ਸਰ। ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪੰਜਾਬ ਮਾਡਲ ਪੇਸ਼ ਕੀਤਾ, ਕਿਹਾ ਕਿ ਇਹੋ ਜਿਹਾ ਮਾਡਲ ਹੋਊਗਾ ਜਿਹਦੇ ਕਰਕੇ ਜਿਹੜਾ ਕੈਨੇਡਾ ਵਗੈਰਾ ਹੋਰ ਕੰਟਰੀਜ਼ 'ਚ ਜਿਹੜਾ ਯੂਥ ਗਿਆ ਉਹ ਸਾਰਾ ਜਿਹੜਾ ਕਿ ਵਾਪਸ ਪੰਜਾਬ ਆ ਜਾਊਗਾ। ਮੇਰਾ ਵੀਰ, ਕੇਜਰੀਵਾਲ ਸਾਹਿਬ ਨੂੰ 7 ਸਾਲ ਹੋ ਗਏ ਦਿੱਲੀ, ਔਰ ਦਿੱਲੀ ਦੇ 'ਚ ਤਾਂ ਇਹ ਜਿਹਾ ਕੋਈ ਮਾਡਲ ਨਹੀਂ ਪੇਸ਼ ਹੋਇਆ ਕਿ ਜਿਹੜਾ ਪੰਜਾਬੀ ਕੈਨੇਡਾ ਜਾਣ ਤੋਂ ਰੁਕਿਆ। ਜੇ ਐਡਾ ਵਧੀਆ ਮਾਡਲ ਹੁੰਦਾ ਤੇ ਦਿੱਲੀ ਚਲੇ ਜਾਂਦਾ, ਮਾਪੇ ਵੀ ਖੁਸ਼ ਰਹਿੰਦੇ ਕਿ ਨਿਆਣਾ ਸਾਡੇ ਨੇੜੇ ਆ। ਇੱਕ ਨਿਆਣੇ ਨੂੰ 15-20 ਲੱਖ ਖਰਚਣਾ ਵੀ ਨਾ ਪੈਂਦਾ। ਇਸ ਲਈ ਇਹ ਜਿਹੜੇ ਸਾਰੇ ਮਾਡਲ ਨੇ ਨਾ, ਇੱਕ ਤਾਂ ਠੋਕੋ ਤਾਲੀ ਦਾ ਖਟਾਰਾ ਮਾਡਲ ਹੋ ਗਿਆ, ਬੱਕਰੀ ਮਾਡਲ ਜਿਹਨੂੰ ਆਪਾਂ ਕਹਿ ਸਕਦੇ ਆ, ਉਹ ਇੱਕ ਇਹਦਾ ਮਾਡਲ ਇਹ ਵੀ ਨਟਵਰ ਲਾਲ ਦਾ ਮਾਡਲ ਸਮਝਿਓ, ਇਹ ਅਸਲੀ ਮਾਡਲ ਨਹੀਂ ਹੈ। ਪੰਜਾਬੀਆਂ ਦਾ ਮਾਡਲ, ਮੇਰੀ ਬੇਨਤੀ ਸੁਣ ਲਓ, ਪੰਜਾਬੀਆਂ ਦਾ ਮਾਡਲ ਆਪਣੇ ਕਿਸਮ ਦਾ, ਔਰ ਪੰਜਾਬੀ ਆਪ ਦਾ ਮਤਲਬ ਇਹ ਤਾਂ ਮਾਡਲ ਆਪ ਦਾ ਪੇਸ਼ ਕਰਦੇ ਆ। ਇਹ ਕੇਜਰੀਵਾਲ ਕੀ ਸਮਝੂ ਪੰਜਾਬ ਦੀਆਂ ਮਾਡਲਾਂ ਦੀਆਂ ਗੱਲਾਂ। ਸਾਹਿਬ ਨੇ ਵੀ ਇੱਕ ਮਾਡਲ ਪੇਸ਼ ਕੀਤਾ, ਪਿੱਛੇ ਕੋਈ ਕਿਸੇ ਪੋਲੀਟੀਸ਼ੀਅਨ ਦੀ ਤਸਵੀਰ ਨਹੀਂ ਸੀਗੀ, ਸਿਰਫ ਸਿੱਧੂ ਤੇ ਗਾਂਧੀ ਪਰਿਵਾਰ। ਕੀ ਹੁਣ ਸਿੱਧੂ ਜਿਹੜਾ, ਅੱਛਾ ਮੈਂ ਤੁਹਾਨੂੰ ਗੱਲ ਦੱਸਾਂ, ਠੋਕੋ ਤਾਲੀ ਦਾ ਤਾਂ ਇੱਕੋ ਮਾਡਲ ਹੈ। ਇਹ ਮੰਤਰੀ ਰਿਹਾ 2.5 ਸਾਲ, ਇਹਦੀ ਇੱਕ ਕਾਰਗੁਜ਼ਾਰੀ ਦਾ ਕੰਮ ਕੱਢ ਲਿਓ। ਦੇਖੋ ਬੰਦਾ ਆਪਦੇ ਕੰਮਾਂ ਨਾਲ ਜਾਣਿਆ ਜਾਂਦਾ। ਐਜ਼ ਮਿਨਿਸਟਰ 0 ਪਰਫਾਰਮੈਂਸ, ਪਾਵਰ ਮਿਨਿਸਟਰੀ ਮਿਲੀ ਤੇ ਛੱਡ ਕੇ ਮਹਿਕਮਾ ਛੱਡ ਕੇ ਭੱਜ ਗਿਆ। ਜਿਹੜਾ ਮਾਡਲ ਜੇ ਮਾਡਲ ਪਾਰਟੀ ਦਾ ਸੀਗਾ, ਸਿੱਧੂ ਦਾ ਸੀਗਾ, ਕੀ ਲੱਗਦਾ ਤੁਹਾਨੂੰ? ਤੁਹਾਨੂੰ ਕੀ ਲੱਗਦਾ? ਰਾਣਾ ਗੁਰਜੀਤ ਨੇ ਦੱਸਤਾ ਕਿ ਇਹ ਸਾਡਾ ਮਾਡਲ ਨਹੀਂ ਹੈ, ਠੋਕੋ ਤਾਲੀ ਦਾ ਮਾਡਲ ਹੈ, ਇਹ ਖਟਾਰਾ ਮਾਡਲ ਹੈ, ਫੇਲ ਮਾਡਲ ਹੈ, ਬੱਕਰੀ ਮਾਡਲ ਹੈ, ਮੈਂ ਕਰਨ ਵਾਲਾ ਮਾਡਲ।